600 ਕਿਸਾਨਾਂ ਦਾ ਤਾਂ ਲੂਪਾ ਲਾਇਆ ਹੀ ਲਾਇਆ, ਫੀਤੀ ਲਾਈ ਉਹਨਾਂ ਨੂੰ। ਨਾਲ ਮਹਾਰਾਜਾ ਜਗਤਜੀਤ ਸਿੰਘ ਜਿਹੜੇ ਕਪੂਰਥਲੇ ਦੇ ਮਹਾਰਾਜਾ ਸੀ, ਉਹਨਾਂ ਦੀ ਜ਼ਮੀਨ ਵੀ ਏੜਾ ਗੇੜਾ ਕਰ ਗਿਆ। ਮਹਿੰਗੀਆਂ ਗੱਡੀਆਂ, 1.5 ਕਰੋੜ ਦੀ ਗੱਡੀ, 1 ਕਰੋੜ 27 ਲੱਖ ਦੀ ਗੱਡੀ ਵੀ ਰੱਖੀ ਹੋਈ ਉਹਨੇ। ਅੱਜ ਕੱਲ੍ਹ ਉਹਦੇ ਕੋਲ ਮਸਟੈਗ ਸੀ, 6 ਗੱਡੀਆਂ ਸੀ ਉਹਦੇ ਕੋਲ, 5 ਟਰੈਕਟਰ। ਕਿਸਾਨਾਂ ਦਾ ਪੈਸਾ ਨਹੀਂ ਦਿੱਤਾ ਤੇ ਅਸੀਂ ਪ੍ਰਾਪਰਟੀਆਂ ਉਹ ਅਰਬਾਂ ਖਰਬਾਂ ਰੁਪਈਏ ਕਮਾ ਲਏ। ਬੜੀ ਮਜ਼ੇਦਾਰ ਗੱਲ ਹੈ ਜੀ, ਸੁਣ ਕੇ ਵੀ ਲੋਕਾਂ ਨੂੰ ਮਜ਼ਾ ਆਏਗਾ ਕਿ ਇੱਦਾਂ ਵੀ ਹਿੰਦੁਸਤਾਨ 'ਚ ਹੁੰਦਾ। ਇਹਨਾਂ ਨੇ 74-73 ਤੋਂ ਬਾਅਦ ਉਹ ਲਾਲ ਪੈਨ ਤੁਸੀਂ ਐਂਟਰੀਆਂ ਹੀ ਬੰਦ ਕਰਵਾਤੀਆਂ, ਐਂਟਰੀਆਂ ਨਹੀਂ ਹੋਈਆਂ ਲਾਲ ਪੈਨ ਦੀਆਂ। ਇਹਨਾਂ ਨੇ ਕੰਪਿਊਟਰ ਸਿਸਟਮ ਹੀ ਹੈਕ ਕਰਤੇ ਸਾਰੇ। ਬੱਲੇ ਵੀ ਸ਼ੇਰਾਂ ਨੇ ਪਤਾ ਨਹੀਂ ਕੀ ਕੀਤਾ ਯਾਰ। ਇਹਨਾਂ ਨੇ ਆਪਣੀਆਂ ਜਮਾਬੰਦੀਆਂ ਅਗਲੀਆਂ ਪਿਛਲੀਆਂ ਦੇਖੀਆਂ, ਇਹਨਾਂ ਨੇ ਰਜਿਸਟਰੀਆਂ ਠਾ ਮਾਰੀਆਂ। ਤੁਸੀਂ ਮੰਨ ਸਕਦੇ ਹੋ ਕਿੰਨੀ ਜ਼ਮੀਨ ਸੀ? 251 ਕਨਾਲ। 251 ਕਨਾਲ ਦਾ ਮਤਲਬ ਪਤਾ ਕਿੰਨਾ ਹੋਇਆ? 251 ਨੂੰ 20 ਨਾਲ ਗੁਣਾ ਕਰ ਲਓ, ਮਤਲਬ 5000 ਮਰਲਾ ਜ਼ਮੀਨ ਫਗਵਾੜੇ ਮੇਨ ਰੋਡ ਤੇ ਨੈਸ਼ਨਲ ਹਾਈਵੇ ਤੇ ਸ਼ੂਗਰ ਮਿਲ ਵਾਲੇ ਚੌਂਕ 'ਚ 5000 ਮਰਲਾ। ਤੇ 5 ਮਰਲੇ ਜ਼ਮੀਨ ਕਿਸੇ ਨੇ ਲੈਣੀ ਹੋਵੇ ਨਾ, ਧੂਆਂ ਨਿਕਲ ਜਾਂਦਾ ਉਹਦਾ, ਲੱਕ ਟੁੱਟ ਜਾਂਦਾ ਆਦਮੀ, ਗਰੀਬ ਆਦਮੀ ਦਾ। ਸਾਰਾ ਕੁਝ ਪਤਾ ਹੈਗਾ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਹੋਇਆ ਔਰ ਕਿਹਦੀ ਸ਼ਹਿ ਤੇ ਹੋਇਆ, ਇਹ ਵੀ ਸਭ ਨੂੰ ਪਤਾ ਆ। ਜੇ ਕਾਰਵਾਈ ਇਹਨਾਂ ਦੇ ਉੱਤੇ ਹੋਈ ਹੈ, ਗੱਲ ਉੱਥੇ ਹੀ ਆ ਜਾਂਦੀ ਹੈ ਕਿ ਗੋਲੇ ਹਲਾਕ ਹੋਈ ਜਾਂਦੇ ਆ, ਸ਼ਹਿ ਤੇ ਮਾਤ ਨਹੀਂ ਹੋ ਰਹੀ। ਜੇ ਵਿਜੀਲੈਂਸ ਹੁਣ ਇਹਨੂੰ ਠੋਕੇਗੀ, ਚੰਗੀ ਤਰ੍ਹਾਂ ਗ੍ਰਿਲ ਕਰੇਗੀ, ਤੇ ਜ਼ਰੂਰ ਨਿਕਲੇਗਾ ਕਿ ਮੇਰੇ ਕੋਲ ਪ੍ਰਕਾਸ਼ ਸਿੰਘ ਬਾਦਲ ਹੋਰੀ ਬਾਰ-ਬਾਰ ਕਿਉਂ ਆਉਂਦੇ ਸੀ, ਸੁਖਬੀਰ ਸਿੰਘ ਬਾਦਲ ਨਾਲ ਮੇਰਾ ਕੀ ਪਿਆਰ ਸੀਗਾ, ਕਿਉਂ ਚਰਨਜੀਤ ਸਿੰਘ ਬਰਾੜ ਦੀ ਟਿਕਟ ਕੱਟ ਕੇ ਮੈਨੂੰ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਲੰਬੀ ਵਾਲਿਆਂ ਨਾਲ ਯਾਰੀ ਰੱਖੀ, ਕੋਈ ਐਕਸ਼ਨ ਨਹੀਂ, ਬਸ ਸਿਸਵਾ ਫਾਰਮ 'ਚ ਬੈਠੇ ਰਹਿਣਾ, ਸੁਖਬੀਰ ਨੂੰ ਇੰਟੀਮੇਟ ਕਰਦੇ ਰਹਿਣਾ। ਇੱਕ ਵੀ ਇਨਕੁਆਰੀ ਸੁਖਬੀਰ ਬਾਦਲ ਦੇ ਖਿਲਾਫ, ਇਹਨਾਂ ਦੇ ਖਿਲਾਫ ਕੀਤੀ ਹੋਵੇ ਤਾਂ ਦੱਸੋ। ਫਗਵਾੜੇ ਦੀਆਂ ਸੜਕਾਂ ਉੱਤੇ, ਫਗਵਾੜੇ ਦੇ ਹਾਈਵੇਜ਼ ਦੇ ਉੱਤੇ ਕਿਸਾਨ ਸਾਲਾਂ ਤੋਂ ਹੀ ਪ੍ਰਦਰਸ਼ਨ ਕਰ ਰਹੇ ਨੇ, ਸਾਲਾਂ ਤੋਂ ਆਪਣੇ ਪੈਸੇ ਦੀ ਮੰਗ ਕਰ ਰਹੇ ਨੇ, ਪਰ ਪੈਸਾ ਕਿੱਥੇ ਹੈ ਕੋਈ ਨਹੀਂ ਦੱਸ ਸਕਿਆ। ਅਜੇ ਤੱਕ ਇਸ ਗੱਲ ਬਾਰੇ ਚਰਚਾਵਾਂ ਛਿੜ ਰਹੀਆਂ ਸੀ, ਕਿਸਾਨ ਉਬਾਲੇ ਖਾ ਰਹੇ ਸੀ। ਉੱਥੇ ਹੀ ਵਿਜੀਲੈਂਸ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਦਾ ਹੈ, ਗ੍ਰਿਫਤਾਰੀ ਹੁੰਦੀ ਹੈ, ਔਰ ਗ੍ਰਿਫਤਾਰੀ ਵੀ ਕਿਹਦੀ? ਇੱਕ ਇਹੋ ਜਿਹਾ ਵਿਅਕਤੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ, ਔਰ ਉਹ ਪਰਿਵਾਰ ਦੇ ਸਮੇਤ ਗ੍ਰਿਫਤਾਰ ਕਰ ਲਿਆ ਜਾਂਦਾ। ਆਖਿਰਕਾਰ ਉਸ ਵਿਅਕਤੀ ਦੇ ਕੋਲ, ਉਸ ਅਕਾਲੀ ਆਗੂ ਦੇ ਕੋਲ ਇਹੋ ਜਿਹਾ ਕੀ ਸੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ, ਔਰ ਉਹ ਕਿਸ ਤਰ੍ਹਾਂ ਜੁੜਿਆ ਹੋਇਆ ਇਹਨਾਂ ਕਿਸਾਨਾਂ ਦੇ ਨਾਲ, ਇਹਨਾਂ ਗੰਨਾ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਉਸ ਦੀ ਸ਼ਮੂਲੀਅਤ ਹੈਗੀ ਹੈ, ਔਰ ਗੰਨਾ ਫੈਕਟਰੀਆਂ ਦੇ ਨਾਲ ਕਿਸ ਤਰ੍ਹਾਂ ਉਹ ਰੁੱਝਿਆ ਹੋਇਆ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਉਹ ਅਕਾਲੀ ਆਗੂ ਕੌਣ ਹੈ ਔਰ ਕਿਸ ਵਾਸਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ, ਇਹ ਸਾਰਾ ਕੁਝ ਜਾਣਨ ਲਈ ਅੱਜ ਅਸੀਂ ਮੌਜੂਦ ਹਾਂ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਕੋਲ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਹਾਲ ਹੀ ਦੇ ਵਿੱਚ ਇੱਕ ਗ੍ਰਿਫਤਾਰੀ ਹੁੰਦੀ ਹੈ ਜਿਹਨੇ ਹੁਣ ਤੱਕ ਦੇ ਸਾਰੇ ਧਰਨੇ ਪ੍ਰਦਰਸ਼ਨਾਂ ਨੂੰ ਉਲਟ ਕੇ ਰੱਖ ਦਿੱਤਾ। ਇਸ ਬਾਰੇ ਜਰਾ ਜਾਣਕਾਰੀ ਦਿਓ ਕਿ ਆਖਿਰਕਾਰ ਗ੍ਰਿਫਤਾਰ ਹੋਣ ਵਾਲਾ ਇੱਕ ਅਕਾਲੀ ਆਗੂ ਹੈ ਕੌਣ? ਇਹ ਅਕਾਲੀ ਆਗੂ ਹੈਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਬੋਰਡ, ਜਿਹੜਾ ਉਹਨਾਂ ਦਾ ਕੋਰ ਬੋਰਡ ਹੈ, ਜਿਹਨੂੰ ਆਪਾਂ ਕਹਿੰਦੇ ਕਿ ਇਹਨਾਂ ਨੇ ਸਲਾਹ ਦੇਣੀ ਹੁੰਦੀ ਸੁਖਬੀਰ ਨੂੰ, ਜਿਹਦੇ 'ਚ ਬੜੇ ਵੱਡੇ ਵੱਡੇ ਲੀਡਰ ਹੁੰਦੇ ਆ। ਉਹ ਕਰੀਬ 7-8 ਲੀਡਰ ਹੈ, ਉਹਨਾਂ ਦਾ ਇੱਕ ਮੈਂਬਰ ਹੈ ਜਰਨੈਲ ਸਿੰਘ ਵਾਹਤ, ਜਿਨ੍ਹਾਂ ਦੀ ਹਾਈਵੇ ਦੇ ਉੱਤੇ, ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਦੇ ਉੱਤੇ ਵਾਹਦ ਸੰਦਰ ਸ਼ੂਗਰ ਮਿਲ ਹੈ। ਔਰ ਇਹਨੂੰ ਮਾਰਕਫੈਡ ਦੇ ਚੇਅਰਮੈਨ ਵੀ ਰਹੇ ਨੇ। ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਨੇ 600 ਕਿਸਾਨਾਂ ਦਾ ਤਾਂ ਲੂਪਾ ਲਾਇਆ ਹੀ ਲਾਇਆ, ਫੀਤੀ ਲਾਈ ਉਹਨਾਂ ਨੂੰ। ਨਾਲ ਮਹਾਰਾਜਾ ਜਗਤਜੀਤ ਸਿੰਘ ਜਿਹੜੇ ਕਪੂਰਥਲੇ ਦੇ ਮਹਾਰਾਜਾ ਸੀ, ਉਹਨਾਂ ਦੀ ਜ਼ਮੀਨ ਵੀ ਏੜਾ ਗੇੜਾ ਕਰ ਗਿਆ। ਸੋ ਕਹਿਣ ਦਾ ਮੇਰਾ ਜਿਹੜਾ ਇੱਕ ਤੱਤਪਰ ਹੈਗਾ ਇਹ ਚੀਜ਼ ਹੈ ਕਿ ਕਿਸਾਨ ਵਿਚਾਰੇ ਇੱਥੇ ਨਹੀਂ ਲੂਪਾ ਪੋਤੀ ਉਹਨਾਂ ਨਾਲ ਹੋਈ, ਉਹਨਾਂ ਦੇ ਨਾਂ 'ਤੇ 3-3 ਲੱਖ ਰੁਪਈਏ ਦੀ ਕ੍ਰੈਡਿਟ ਲਿਮਿਟ ਵੀ ਲੈ ਗਿਆ। ਇਕੱਲੇ 600 ਕਿਸਾਨਾਂ ਨੂੰ ਇੱਥੇ ਨਹੀਂ ਉਹਨੇ ਫੀਤਾ ਲਾਇਆ, ਨਾਲ ਉਹਨੇ ਜਿਹੜੀ ਆਪਣੀ ਮਿਲ 'ਚ ਕੰਮ ਕਰਦੇ ਸੀ ਉਹਨਾਂ ਦੇ ਵੀ ਕਈ ਵਰਕਰਾਂ ਦੇ ਨਾਂ 'ਤੇ 3-3 ਲੱਖ ਰੁਪਏ ਦੀ ਕ੍ਰੈਡਿਟ ਲਿਮਿਟ ਲੈ ਗਿਆ। ਤੁਸੀਂ ਹਿਸਾਬ ਲਗਾਓ, ਉਹ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਤੇ ਦੀ ਟਿਕਟ 'ਤੇ ਨਵਾਂ ਸ਼ਹਿਰ ਤੋਂ ਚੋਣ ਲੜਿਆ। ਵੱਡੇ ਬਾਦਲ ਸਾਹਿਬ ਨੇ ਉਹਨੂੰ ਮਾਰਕਫੈਡ ਦਾ ਚੇਅਰਮੈਨ ਬਣਾ ਕੇ ਰੱਖਿਆ, ਉਹਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਬਣਾ ਕੇ ਰੱਖਿਆ। ਔਰ ਹੁਣ ਬਾਕੀ ਅਕਾਲੀ ਦਲ ਦਾ ਤਾਂ ਇੱਕ ਲੰਬਾ ਇਤਿਹਾਸ ਹੈ, ਉਹਦੇ ਵਿੱਚ ਜੇ ਆਪਾਂ ਜਾਵਾਂਗੇ ਤਾਂ ਤੁਹਾਨੂੰ ਕਈ ਮਿਲ ਜਾਣਗੇ। ਜਰਨੈਲ ਸਿੰਘ ਵਾਹਦ ਜਿਹੜੇ ਨੇ ਅਕਾਲੀ ਦਲ 'ਚ ਹੈਗੇ ਆ। ਇਤਿਹਾਸ ਅਕਾਲੀ ਦਲ ਦਾ ਕੁਰਬਾਨੀਆਂ ਭਰਿਆ, ਲੇਕਿਨ ਇੱਦਾਂ ਦੇ ਲੀਡਰਾਂ ਨੇ ਆ ਕੇ ਅਕਾਲੀ ਦਲ ਦੇ ਇਤਿਹਾਸ ਦਾ, ਕੁਰਬਾਨੀਆਂ ਵਾਲੇ ਇਤਿਹਾਸ ਦਾ, ਕਾਰਪੋਰੇਟ ਘੁਟਾਲੇ ਠੱਗੀਆਂ, ਉਹਦਾ ਇਤਿਹਾਸ ਕਰਤਾ। ਜਿਹੜਾ ਕਿਸਾਨ
ਦੇਖੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਉਹ ਕਿਸਾਨ ਪੱਖੀ ਸਰਕਾਰ ਰਹੀ ਆ। ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਨ ਦਾ ਸ਼੍ਰੇਅ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਜਾਂਦਾ, ਔਰ ਇੱਦਾਂ ਦੇ ਕਿਸਾਨਾਂ ਦਾ ਖੂਨ ਚੂਸਣ ਦਾ ਸ਼੍ਰੇਅ ਵੀ ਜਿਹੜਾ ਉਹ ਜਰਨੈਲ ਸਿੰਘ ਵਾਹਦ ਨੂੰ ਜਾਂਦਾ, ਜਿਹੜੇ ਅਕਾਲੀ ਦਲ ਦੇ ਉੱਘੇ ਲੀਡਰ ਰਹੇ ਨੇ। ਸੋ ਆਪਣੀ ਵਾਈਫ ਉਹਨਾਂ ਦੀ ਰੁਪਿੰਦਰ ਕੌਰ, ਬੇਟਾ ਸੰਦੀਪ ਸਿੰਘ ਵਾਹਦ ਵਿਜੀਲੈਂਸ ਦੇ ਅੜਿੱਕੇ 'ਚ ਨੇ, ਤੇ ਵਿਜੀਲੈਂਸ ਉਹਨਾਂ ਨੂੰ ਜਿਹੜਾ ਗ੍ਰਿਲ ਕਰ ਰਹੀ ਹੈ। ਮੈਂ ਅਖਬਾਰਾਂ ਦੇ ਕੁਝ ਆਰਟੀਕਲਸ ਪੜ੍ਹ ਰਿਹਾ ਸੀ, ਉਹ 'ਚ ਲਿਖਿਆ ਕਹਿੰਦੇ 30 ਏਕੜ ਜ਼ਮੀਨ, 30 ਕਿੱਲੇ ਜ਼ਮੀਨ ਦਾ ਮਾਲਕ ਇੱਕ ਵਿਅਕਤੀ, ਜਿਹੜੀ ਪੁਸ਼ਤੈਨੀ ਜ਼ਮੀਨ ਮਿਲੀ, ਸਿਆਸਤ 'ਚ ਆਇਆ ਤੇ ਐਸਾ ਚੱਲਿਆ ਕਿ ਉਹ 30 ਕਿੱਲਾ 200 ਏਕੜ ਕਦ ਬਣ ਗਿਆ। ਉਸ ਤੋਂ ਬਾਅਦ ਵੀ ਕਿੰਨਾ ਕੁਝ ਲੈ ਲਿਆ ਪਤਾ ਹੀ ਨਹੀਂ ਲੱਗਿਆ। ਜਰਾ ਜਾਣਕਾਰੀ ਦਿਓ। ਦੇਖੋ ਜਰਨੈਲ ਸਿੰਘ ਵਾਹਦ ਸਾਰਿਆਂ ਨੂੰ ਪਤਾ ਕਿ ਫਗਵਾੜੇ ਦੇ ਵਿੱਚ ਸਕੂਟਰ ਤੇ ਕਚਹਿਰੀ ਆਉਂਦੇ ਸੀ ਕਿਸੇ ਵਕਤ, ਲੇਕਿਨ ਹੌਲੀ ਹੌਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਨਜ਼ਦੀਕੀਆਂ ਹੋਈਆਂ ਤੇ ਕਈ ਰਸਤੇ ਉਹਨਾਂ ਦੇ ਖੁੱਲ੍ਹਦੇ ਗਏ, ਔਰ ਉਹ 30 ਏਕੜ ਜ਼ਮੀਨ ਉਹਨਾਂ ਦੀ ਬਹੁਤ, ਉਹ ਕੋਈ ਚੰਗੀ ਜ਼ਮੀਨ ਨਹੀਂ ਸੀ, ਵਾਈ ਵਾਲੀ ਬਹੁਤ ਵਗਦੀ ਜ਼ਮੀਨ ਨਹੀਂ ਸੀ, ਜਿਨ੍ਹਾਂ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਕਿ ਬਹੁਤ ਵਗਦੀ ਜ਼ਮੀਨ ਸੀ, ਬਹੁਤ ਮਹਿੰਗੇ ਭਾਅ ਵਾਲੀ ਸੀ। ਉਹ ਵੇਚ ਕੇ ਉਹਨਾਂ ਨੇ ਕੁਛ ਅੱਗੋਂ ਜ਼ਮੀਨ ਨੂੰ 40 ਏਕੜ 'ਚ ਕਨਵਰਟ ਕੀਤਾ, ਯਾਨੀ ਆਪਾਂ 30 ਏਕੜ ਛੱਡ ਕੇ 40 ਏਕੜ ਲਿੱਤੀ ਜ਼ਮੀਨ, ਕਿਤੇ ਸ਼ਹਿਰ ਦੇ ਲਾਗੇ ਵੇਚੀ, ਥੋੜ੍ਹੀ ਦੂਰ ਲੈ ਲਈ। ਉਸ ਤੋਂ ਬਾਅਦ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜਦੋਂ ਦੀ ਬਾਦਲ ਪਰਿਵਾਰ ਨਾਲ ਨਜ਼ਦੀਕੀਆਂ ਹੋਈਆਂ, ਤੁਸੀਂ ਦੇਖੋ 200 ਏਕੜ ਜ਼ਮੀਨ ਤਾਂ ਪਿੰਡ ਬੀਣੇਵਾਲ ਜਿਹੜਾ ਡਿਸਟ੍ਰਿਕਟ ਨਵਾਂ ਸ਼ਹਿਰ ਆ ਉੱਥੇ ਆ। ਹੁਸ਼ਿਆਰਪੁਰ ਦੇ ਵਿੱਚ ਇੱਕ ਪਿੰਡ ਹੈ, ਉਹਦਾ ਨਾਮ ਮੈਂ ਸ਼ਾਇਦ ਮਿਸ ਕਰਦਾ ਪਿਆ, ਉੱਥੇ 80 ਏਕੜ ਜ਼ਮੀਨ ਹੈ। ਫਿਰ ਹਿਮਾਚਲ 'ਚ ਕ੍ਰੈਸ਼ਰ ਹੈ, 40 ਕਰੋੜ ਦੀ ਇੱਕ ਮਿੱਲ ਹਰਿਆਣੇ 'ਚ ਲਿੱਤੀ, ਬਾਅਦ ਦੇ ਵਿੱਚ ਇਹਨਾਂ ਨੇ ਸ਼ਾਇਦ ਉਹ ਡਿਸਪੋਜ਼ ਆਫ ਕਰਤੀ। ਫਿਰ ਆਪਣਾ ਜਿਹੜਾ ਬੰਗਾ ਫਗਵਾੜਾ ਰੋਡ ਹੈ, ਜਿਹੜੀ ਬੜੀ ਮਹਿੰਗੀ ਰੋਡ ਗਿਣੀ ਜਾਂਦੀ ਹੈ, ਉੱਥੇ ਇਹਨਾਂ ਦੀ ਜ਼ਮੀਨ ਹੈ। ਫਿਰ ਇੱਕ ਆਪਣੇ ਪੋਤੇ ਦੇ ਨਾਂ ਵੀ ਇਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਲਾਗੇ ਜ਼ਮੀਨ, ਅਬੀਰ ਸਿੰਘ ਪੋਤੇ ਦਾ ਨਾਂ, ਉਹਦੇ ਨਾਂ ਵੀ ਲੈ ਕੇ ਰੱਖੀ। ਆਪਣੇ ਲਈ 2 ਕਿੱਲੇ ਜ਼ਮੀਨ ਲਿੱਤੀ। ਉਹ 2 ਕਿੱਲੇ ਜ਼ਮੀਨ 'ਚ ਵਾਹਦ ਵਿਲਾ ਬਣਾਇਆ, ਜਿੱਥੇ ਵੱਡੇ ਬਾਲ ਸਾਹਿਬ ਅਕਸਰ ਆਉਂਦੇ ਸੀ ਤੇ ਕਹਿੰਦੇ ਹੁੰਦੇ ਸੀ, ਜਰਨੈਲ ਜੇ ਮੈਂ ਤੇਰੇ ਇਸ ਵਿਲਾ 'ਚ ਆ ਜਾਂਦਾ ਨਾ ਤਾਂ ਮੇਰਾ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ। ਕਹਿਣ ਦਾ ਮਤਲਬ ਇੰਨਾ ਸ਼ਾਨਦਾਰ ਵਿਲਾ ਬਣਾਇਆ ਕਿ ਉਹਦੇ ਨਾਲ ਦਾ ਵਿਲਾ ਦੁਆਬਾ ਖੇਤਰ 'ਚ ਨਹੀਂ ਹੈਗਾ। ਤੇ ਇੰਨੀਆਂ, ਬੇਟਾ ਵਾ ਸੰਦੀਪ ਵਾਹਦ, ਮਹਿੰਗੀਆਂ ਗੱਡੀਆਂ, 1.5 ਕਰੋੜ ਦੀ ਗੱਡੀ, 1 ਕਰੋੜ 27 ਲੱਖ ਦੀ ਗੱਡੀ ਵੀ ਰੱਖੀ ਹੋਈ ਉਹਨੇ। ਅੱਜ ਕੱਲ੍ਹ ਉਹਦੇ ਕੋਲ ਮਸਟੈਗ ਸੀ, 6 ਗੱਡੀਆਂ ਸੀ ਉਹਦੇ ਕੋਲ, 5 ਟਰੈਕਟਰ। ਤੇ ਕਹਿਣ ਦਾ ਮੇਰਾ ਇਹ ਮਕਸਦ ਹੈਗਾ ਕਿ ਕਿਸਾਨਾਂ ਦਾ ਪੈਸਾ ਨਹੀਂ ਦਿੱਤਾ ਤੇ ਅਸੀਂ ਪ੍ਰਾਪਰਟੀਆਂ ਇਹ ਉਹ ਅਰਬਾਂ ਖਰਬਾਂ ਰੁਪਈਏ ਕਮਾ ਲਏ। ਇਹ ਕਿੱਥੋਂ ਦੀ ਇਨਸਾਫੀ ਹੈ? ਇਹ ਅਸੀਂ ਉਹਨੂੰ ਫਿਰ ਅੱਗੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨੂੰ ਨਵਾਂ ਸ਼ਹਿਰ ਤੋਂ ਟਿਕਟ ਦੇ ਰਿਹਾ। ਤੁਸੀਂ ਇਹ ਹਿਸਾਬ ਲਾਓ ਕਿੰਨਾ ਪਾਵਰਫੁਲ ਹੋਏਗਾ। ਇੱਕ ਚਰਨਜੀਤ ਸਿੰਘ ਬਰਾੜ ਨੇ, ਜਿਹੜੇ ਪੰਜਾਬ ਦੀ ਸਿਆਸਤ ਨੂੰ ਸਮਝਦੇ ਜ਼ਰੂਰ ਚਰਨਜੀਤ ਸਿੰਘ ਬਰਾੜ ਨੂੰ ਜਾਣਦੇ ਹੋਣੇ। ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ OSD ਰਹੇ ਨੇ, ਸਰਕਾਰ ਵੇਲੇ ਵੀ ਬਾਹਰ ਵੀ। ਬੜੀ ਮਿਹਨਤ ਕੀਤੀ ਉਹਨਾਂ ਨੇ ਨਵਾਂ ਸ਼ਹਿਰ ਵੀ ਮੈਨੂੰ ਟਿਕਟ ਮਿਲੇਗੀ ਤੇ ਮੈਂ MLA ਬਣਾਂਗਾ। ਬਹੁਤ ਮਿਹਨਤ ਕੀਤੀ ਔਰ ਯਕੀਨ ਮੰਨਿਓ ਅੱਧੇ ਘੰਟੇ 'ਚ ਜਰਨੈਲ ਸਿੰਘ ਵਾਹਦ ਨੇ ਉਹਦੀ ਟਿਕਟ ਕਟਾ ਦਿੱਤੀ, ਆਪ ਚੋਣ ਲੜੀ। ਸੁਖਬੀਰ ਸਿੰਘ ਬਾਦਲ ਦੀ ਗੱਡੀ 'ਚ ਬਹਿਣ ਵਾਲਾ, ਉਹਦਾ ਸਾਰਾ ਕੰਮਕਾਜ ਸੰਭਾਲਣ ਵਾਲਾ OSD ਆਪਣੀ ਸੀਟ ਨਹੀਂ ਬਚਾ ਸਕਿਆ। ਕਿੰਨਾ ਪਾਵਰਫੁਲ ਇਨਸਾਨ ਹੋਏਗਾ। ਕਾਰਨ ਕਾਰਪੋਰੇਟ ਨੇ। ਇਹ ਲੋਕ ਉਹ ਨੇ ਜਿਨ੍ਹਾਂ ਨੇ ਪੰਜਾਬ ਨੂੰ, ਕਿਸਾਨੀ ਨੂੰ ਨਿਚੋੜਿਆ। ਗੰਨਾ ਕਿਸਾਨ ਧੱਕੇ ਖਾਂਦੇ ਪਏ ਨੇ ਤੇ ਇਹ ਕਿਸਾਨਾਂ ਦਾ ਪੈਸਾ ਦਿੱਤੇ ਬਗੈਰ ਮਿੱਲਾਂ ਨੇ ਆਪਣਾ ਗੇੜਾ ਘੁਮਾਈ ਗਏ ਨੇ। ਤੁਸੀਂ ਜੇ ਵਾਹਦ ਨੂੰ ਜੇ ਚੰਗੀ ਤਰ੍ਹਾਂ ਉਹਦੇ ਪਿੰਡਾਂ ਦੇ ਆਸ-ਪਾਸ ਦੇ ਲੋਕ ਜਾਣਦੇ ਆ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਕਿ 2002 'ਚ ਇਹਨੂੰ ਵਿਜੀਲੈਂਸ ਨੇ ਫੜ ਲਿਆ ਸੀ। ਇਹ PPSC ਬੋਰਡ ਦਾ ਮੈਂਬਰ ਸੀ। ਰਵੀ ਸਿੱਧੂ ਵਾਲੇ ਕੇਸ ਦੇ ਵਿੱਚ ਜਿਹੜੀਆਂ ਭਰਤੀਆਂ ਹੋਈਆਂ ਸੀ, ਇਹਨੂੰ ਵਿਜੀਲੈਂਸ ਨੇ ਅਰੈਸਟ ਕੀਤਾ ਸੀ। ਉਸ ਕੇਸ ਦੇ ਵਿੱਚ ਕੈਪਟਨ ਦੇ ਸਰਕਾਰ ਦੇ ਵੇਲੇ ਇਹ ਅਰੈਸਟ ਹੋਇਆ। 2010 ਦੇ ਵਿੱਚ ਮੋਹਾਲੀ ਕੋਰਟ 'ਚੋਂ ਬਰੀ ਹੋਇਆ ਜਦੋਂ ਬਾਦਲ ਸਰਕਾਰ ਸੀ ਪੰਜਾਬ 'ਚ, ਕਿਉਂਕਿ 2007 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸੀ ਤੇ ਸਭ ਨੂੰ ਪਤਾ ਸੀ ਕਿ ਵਾਹਦ ਉਹਨਾਂ ਦੇ ਨਜ਼ਦੀਕੀ ਆ। ਫਿਰ ਤੁਸੀਂ ਇਹ ਦੇਖੋ ਕਿੰਨਾ ਪਾਵਰਫੁਲ ਹੋਏਗਾ। ED ਦਾ ਇੱਕ ਕੇਸ 2000 ਸੰਨ ਦੇ ਆਸ-ਪਾਸ ਦਾ, 2001 2-3 ਦਾ, 2 ਦਾ ਹੋਣਾ,
ਤੇ ਕੇਸ ਚੱਲ ਰਿਹਾ ਜਿਹਦੇ ਵਿੱਚ ਇਹਦੇ ਪਾਰਟਨਰ ਜਿਹੜੇ ਫੋਰਨ ਰਹਿੰਦੇ ਨੇ, ਸੁਖਬੀਰ ਸਿੰਘ ਸੰਧਾਰ, ਉਹਨਾਂ ਨੇ ਹਵਾਲਾ ਰਾਹੀਂ ਪੈਸਾ ਭੇਜਿਆ ਇਹਨੂੰ ਸ਼ੂਗਰ ਮਿਲ ਦੇ ਲਈ। ਔਰ 2003 ਦੇ ਵਿੱਚ ਵੀ ਇਹਨੂੰ ਬੁਲਾਇਆ, 12 ਸਾਲ ਫਾਈਲ ਬੰਦ ਰਖਾਈ ਇਹਨੇ। 12 ਸਾਲਾਂ ਬਾਅਦ 15 'ਚ ਫਿਰ ਇਹਨੂੰ ਬੁਲਾਇਆ, ਫਿਰ ਫਾਈਲ ਬੰਦ ਹੋ ਗਈ। ਮਤਲਬ ਕਹਿਣ ਦਾ ਮਕਸਦ ਹੈਗਾ 22 ਸਾਲ ਹੋ ਗਏ ਉਹ ਕੇਸ ਦਾ ਡਿਸੀਜ਼ਨ ਹੀ ਨਹੀਂ ਹੋਇਆ। ਕਿੱਥੇ ਹੈ ਕੇਸ, ਕਿਸੇ ਨੂੰ ਕੁਛ ਨਹੀਂ ਪਤਾ। ਉਹਦੇ 'ਚ ਸੰਧਾਰ ਫੈਮਿਲੀ ਜਿਹੜੀ ਹੈ, ਸੰਧਰ ਫੈਮਿਲੀ, ਉਹ ਨਾਲ ਇਨਵੋਲਵ ਹੈ। ਪਰਚਾ ਦਿੱਤਾ ਉਹਨਾਂ ਦੇ ਵੀ, ਸੁਖਬੀਰ ਸਿੰਘ ਸੰਧਰ ਨੇ, ਉਹਨਾਂ ਦੇ ਬਾਈ ਨੇ, ਭਰਾ ਉਹਨਾਂ ਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਕੁਲਦੀਪ ਸਿੰਘ ਸੰਧਰ ਨੇ, ਸੰਧਰ ਹੋਰਾਂ ਦਾ ਆਪਣਾ ਬੇਟਾ ਵੀ ਜਿਹੜਾ ਵਾ ਉੱਤੇ ਵੀ ਪਰਚਾ ਦਰਜ ਹੋਇਆ ਸੁਖਬੀਰ ਸੰਧਰ ਦੇ। ਇਹ ਸਾਰੇ ਬੜੇ ਵੱਡੇ ਬਿਜ਼ਨਸਮੈਨ ਨੇ ਬਾਹਰ, ਆਊਟ ਆਫ ਇੰਡੀਆ, ਇੰਗਲੈਂਡ 'ਚ ਵੀ ਬਿਜ਼ਨਸ ਨੇ, ਕੈਨੇਡਾ 'ਚ ਵੀ ਬਿਜ਼ਨਸ ਨੇ। ਸੋ ਬਿਜ਼ਨਸ ਰਗੜ ਰਹੀ ਹੈ ਚੰਗੀ ਤਰ੍ਹਾਂ। ਇਹ ਤਾਂ ਹਜੇ ਇੱਕ ਤੁਹਾਨੂੰ ਮੈਂ ਚੈਪਟਰ ਦੱਸਿਆ ਬਈ ਇਹਨਾਂ ਨੇ ਪੈਸਾ ਕਿੰਨਾ ਇਹਨਾਂ ਕੋਲ ਹੈ, ਕਿੱਦਾਂ ਇਹਨਾਂ ਨੇ ਹੈਗਾ। ਹਜੇ ਤਾਂ ਰਾਜੇ ਜਗਜੀਤ ਸਿੰਘ ਦੀ ਜਿਹੜੀ ਜ਼ਮੀਨ ਹੈ ਉਹਦਾ ਤਾਂ ਅਲੱਗ ਇਹਨਾਂ ਨੇ ਗੇੜਾ ਕੀਤਾ। ਵੈਸੇ ਕਈ ਵਾਰ ਅਸੀਂ ਡਿਸਕਸ ਕਰਦੇ ਹਾਂ, ਕਈ ਮੁੱਦੇ ਹੁੰਦੇ ਆ ਤੇ ਅਕਾਲੀ ਦਲ ਦਾ ਨਾਮ ਵਿੱਚ ਆਉਣਾ ਲਾਜ਼ਮੀ ਹੋ ਜਾਂਦਾ। ਫਿਰ ਕਹਿੰਦੇ ਆ ਕਿ ਬੋਲਦੇ ਆ, ਪਰ ਤਾਂ ਵੀ ਗੱਲ ਉੱਥੇ ਹੀ ਆ ਜਾਂਦੀ ਹੈ। ਪਰ ਜੇ ਆਪਾਂ ਗੱਲ ਕਰੀਏ ਇਸ ਮੁੱਦੇ ਉੱਤੇ, ਸਿੱਧੇ ਤੌਰ ਦੇ ਉੱਤੇ ਕਿਸਾਨਾਂ ਨਾਲ ਗੱਲ ਜੁੜੀ ਹੋਈ ਹੈ, ਸ਼ੂਗਰ ਮਿਲ ਨਾਲ ਗੱਲ ਜੁੜੀ ਹੋਈ ਹੈ। ਇਹ ਸ਼ੂਗਰ ਮਿਲ ਦਾ ਜਿਹੜੀ ਲੈਂਡ ਸੀ, ਇਹ ਕਿਸ ਤਰ੍ਹਾਂ ਇਹਨਾਂ ਦੇ ਕੋਲ ਪਹੁੰਚੀ, ਕਿਉਂਕਿ ਇਹ ਗਵਰਨਮੈਂਟ ਲੈਂਡ ਮੰਨੀ ਜਾਂਦੀ, ਇਸ ਬਾਰੇ ਜਾਣਕਾਰੀ ਦਿਓ। ਦੇਖੋ, ਮਹਾਰਾਜਾ ਜਗਤਜੀਤ ਸਿੰਘ ਜਿਹੜੇ ਕਪੂਰਥਲਾ ਦੇ ਰਾਜਾ ਸੀਗੇ, ਉਹਨਾਂ ਦੀ ਇੱਕ ਇੱਛਾ ਹੁੰਦੀ ਸੀ ਕਿ ਕਪੂਰਥਲੇ ਨੂੰ ਆਪਾਂ ਬਹੁਤ ਵਧੀਆ ਆਬਾਦ ਕਰਾਈਏ। ਤੁਸੀਂ ਦੇਖੋ, ਜਿਸ ਜਗਤਜੀਤ ਦਿਆਲਪੁਰ ਵੀ ਲੱਗੀ ਜਿਹੜੀ ਸ਼ਰਾਬ ਫੈਕਟਰੀ ਹੈ, ਇੱਕ ਇੱਥੇ ਜਗਤਜੀਤ ਸ਼ੂਗਰ ਮਿਲ 1933 ਦੇ ਵਿੱਚ ਮਹਾਰਾਜਾ ਜਗਤਜੀਤ ਸਿੰਘ ਨੇ ਇਹਦਾ ਐਗਰੀਮੈਂਟ ਕੀਤਾ ਸੀ। ਉਹਨਾਂ ਨੇ ਐਗਰੀਮੈਂਟ ਜਿਹੜਾ ਕੀਤਾ ਸੀ ਉਹ ਜਗਤਜੀਤ ਸ਼ੂਗਰ ਮਿਲ ਦਾ ਐਗਰੀਮੈਂਟ ਸੀਗਾ ਬਈ ਇੱਥੇ ਇੱਕ ਜਗਤਜੀਤ ਸ਼ੂਗਰ ਮਿਲ ਲਾਈ ਜਾਂਦੀ ਹੈ ਜਿਹੜੀ ਸਰਕਾਰੀ ਜ਼ਮੀਨ 'ਤੇ ਲੱਗ ਰਹੀ, ਰਾਜੇ ਦੀ ਜ਼ਮੀਨ 'ਤੇ ਲੱਗ ਰਹੀ ਹੈ। ਇਸ ਜ਼ਮੀਨ ਨੂੰ ਨਾ ਤਾਂ ਗਿਰਵੀ ਰੱਖਿਆ ਜਾ ਸਕਦਾ ਅਤੇ ਨਾ ਇਹਨੂੰ ਅੱਗੇ ਵੇਚਿਆ ਜਾ ਸਕਦਾ। ਔਰ ਹਾਂ, ਕੋਈ ਹੋਰ ਕੰਪਨੀ ਨੂੰ ਟਰਾਂਸਫਰ ਜ਼ਰੂਰ ਕੀਤੀ ਜਾ ਸਕਦੀ ਹੈ ਬਿਜ਼ਨਸ ਇੰਟਰਸਟ ਲਈ। ਬਾਅਦ ਦੇ ਵਿੱਚ ਇਹਨੂੰ ਓਸਵਾਲ ਐਗਰੋ ਨੇ ਟੇਕ ਓਵਰ ਕੀਤਾ, ਕਿਉਂਕਿ ਉਹ ਇੱਕ ਲੀਗਲ ਵੇ ਨਾਲ ਕੀਤਾ, ਉਹਨਾਂ ਨੇ ਚਲਾਇਆ। ਇਸ ਤੋਂ ਬਾਅਦ ਜਦੋਂ ਬਾਦਲ ਸਰਕਾਰ 1997 'ਚ ਬਣੀ, ਫਿਰ ਦਮਦਾਰ ਐਂਟਰੀ ਹੋਈ ਜਰਨੈਲ ਸਿੰਘ ਵਾਹਦ ਦੀ। ਉਹਨਾਂ ਨੇ ਕਿਹਾ ਜੀ ਅਸੀਂ ਸ਼ੂਗਰ, ਉਹਨਾਂ ਦੀ ਬਾਦਲ ਪਰਿਵਾਰ ਨਾਲ ਨਜ਼ਦੀਕੀਆਂ ਸੀਗੀਆਂ, ਉਹਨਾਂ ਨੇ ਓਸਵਾਲ ਐਗਰੋ ਤੋਂ 99 ਸਾਲ ਦੀ ਲੀਜ਼ ਲੈ ਲਈ। ਬੜੀ ਮਜ਼ੇਦਾਰ ਗੱਲ ਹੈ ਜੀ, ਸੁਣ ਕੇ ਵੀ ਲੋਕਾਂ ਨੂੰ ਮਜ਼ਾ ਆਏਗਾ ਕਿ ਇੱਦਾਂ ਵੀ ਹਿੰਦੁਸਤਾਨ 'ਚ ਹੁੰਦਾ। 99 ਸਾਲ ਦੀ ਲੀਜ਼ ਲੈ ਲਈ ਅਤੇ ਲੈਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਜਗਤਜੀਤ ਸ਼ੂਗਰ ਮਿਲ ਦਾ ਡਾਇਰੈਕਟਰ ਸੀ ਜਸਵਿੰਦਰ ਸਿੰਘ ਬੈਂਸ, ਉਹਨੂੰ ਹੀ ਆਪਣੀ ਕੰਪਨੀ 'ਚ ਡਾਇਰੈਕਟਰ ਦੀ ਪੋਸਟ ਦੇ ਦਿੱਤੀ। ਜਸਵਿੰਦਰ ਸਿੰਘ ਬੈਂਸ ਡਾਇਰੈਕਟਰ ਜਗਤਜੀਤ, ਜਸਵਿੰਦਰ ਸਿੰਘ ਬੈਂਸ ਵਾਹਦ ਸੰਧਰ ਸ਼ੂਗਰ ਮਿਲ। ਸੁਖਬੀਰ ਸਿੰਘ ਸੰਧਰ ਦਾ ਪੈਸਾ ਵਿੱਚ ਇਨਵੋਲਵ ਕਰਾ ਲਿਆ। ਬਾਹਰ ਬਹੁਤ ਵੱਡਾ ਕਾਰੋਬਾਰੀ ਸੀ, ਉਹਨੇ ਕਿਹਾ ਵੀ ਸ਼ੂਗਰ ਮਿਲ ਮਿਲ ਗਈ ਆ, ਬੱਲੇ ਬੱਲੇ ਹੋ ਗਈ, ਉਹਨੇ ਬਾਹਰੋਂ ਪੈਸਾ ਭੇਜਤਾ, ਪਾਰਟਨਰ ਆ ਗਏ। 25% ਦੀ ਹਿੱਸੇਦਾਰੀ ਜਰਨੈਲ ਸਿੰਘ ਵਾਹਦ ਦੀ ਆ, 50% ਦੀ ਹਿੱਸੇਦਾਰੀ ਸੁਖਬੀਰ ਸਿੰਘ ਸੰਧਰ ਦੀ ਆ, ਅਤੇ 25% ਜਿਹੜੇ ਹੈ ਇੱਕ ਹੋਰ ਹਿੱਸੇਦਾਰ ਹੈ ਉਹ ਵੀ ਫੌਰਨ ਭੱਜ ਗਏ ਆ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਸਭ ਤੋਂ ਪਹਿਲਾਂ 1974 ਤੱਕ ਜਿਹੜੀ ਜ਼ਮੀਨ ਸੀ ਨਾ, ਉਸ ਜ਼ਮੀਨ ਦੀ ਜਦੋਂ ਜਮ੍ਹਾਂਬੰਦੀ 5 ਸਾਲ ਬਾਅਦ ਹੁੰਦੀ ਹੈ, ਉਹਦੇ 'ਚ ਲਾਲ ਪੈਨ ਨਾਲ ਹਮੇਸ਼ਾ ਨੋਟ ਲਿਖਿਆ ਜਾਂਦਾ ਸੀ ਕਿ ਇਹ ਮਹਾਰਾਜਾ ਜਗਜੀਤ ਸਿੰਘ ਦੀ ਜ਼ਮੀਨ ਹੈ, ਇਹ 'ਤੇ ਨਾ ਰਿਣ ਲਿੱਤਾ ਜਾਏਗਾ, ਲੋਨ ਜਿਹਨੂੰ ਕਹਿੰਦੇ ਆ, ਮੌਰਟਗੇਜ ਜਿਹਨੂੰ ਅਸੀਂ ਇੰਗਲਿਸ਼ ਕਹਿੰਦੇ ਆ, ਅਤੇ ਨਾ ਇਹ ਅੱਗੇ ਮਾਰਕੀਟ 'ਚ ਵੇਚੀ ਜਾਊਗੀ। ਇਹਨਾਂ ਨੇ 74-73 ਤੋਂ ਬਾਅਦ ਉਹ ਲਾਲ ਪੈਨ ਤੁਸੀਂ ਐਂਟਰੀਆਂ ਹੀ ਬੰਦ ਕਰਵਾਤੀਆਂ। ਐਂਟਰੀਆਂ ਨਹੀਂ ਹੋਈਆਂ ਲਾਲ ਪੈਨ ਦੀਆਂ, ਉਹ ਜਾਂ ਤਾਂ ਰਿਕਾਰਡ ਨਵੇਂ ਸਿਰੋਂ ਬਣਵਾਇਆ ਗਿਆ। ਫਿਰ ਜਦੋਂ ਰਿਕਾਰਡ ਕੰਪਿਊਟਰਾਈਜ਼ ਹੋਣਾ ਸ਼ੁਰੂ ਹੋ ਗਿਆ, ਅਤੇ ਜਿਹੜਾ ਕੰਪਿਊਟਰਾਈਜ਼ ਰਿਕਾਰਡ ਆ ਉਹ ਪਹਿਲੇ ਦਿਨ ਤੋਂ ਚੱਕਿਆ ਜਾਂਦਾ ਹੁੰਦਾ ਪਿੱਛੋਂ ਜਿੱਥੋਂ ਜ਼ਮੀਨ ਆ ਰਹੀ ਆ। ਇਹਨਾਂ ਨੇ ਕੰਪਿਊਟਰ ਸਿਸਟਮ ਹੀ ਹੈਕ ਕਰਤੇ ਸਾਰੇ। ਬੱਲੇ ਬਈ ਸ਼ੇਰਾਂ ਨੇ ਪਤਾ ਨਹੀਂ ਕੀ ਕੀਤਾ ਯਾਰ। ਜੋ ਮੇਰੀ ਸਮਝ ਆਉਂਦੀ ਹੈ, ਇਹਨਾਂ ਨੇ ਅਸਿਸਟੈਂਟ ਸਿਸਟਮ ਮੈਨੇਜਰ ਹੈ ਜਿਹੜਾ, ਜਾਂ ਸਾਰੀ ਟੀਮ ਜਿਹੜੀ ਕੰਪਿਊਟਰਾਈਜ਼ ਰਿਕਾਰਡ ਕਰਨ ਵਾਲੀ ਸੀ, ਉਹ ਸਾਰੀ ਖਰੀਦੀ। ਉਹਨਾਂ ਨੂੰ ਕਿਹਾ ਇਹਦੀ ਫਰਦਾਂ ਦੇ ਵਿੱਚ ਐਂਟਰੀ ਨਹੀਂ ਆਉਣੀ ਚਾਹੀਦੀ ਕਿ ਇਹ ਰਾਜੇ ਦੀ ਜ਼ਮੀਨ ਹੈ, ਬਈ ਇਹ ਜ਼ਮੀਨ 'ਤੇ ਰਿਣ ਨਹੀਂ ਹੋ ਸਕਦਾ, ਇਹ ਜ਼ਮੀਨ 'ਤੇ।
ਅੱਛਾ, ਉਸ ਤੋਂ ਬਾਅਦ ਕੀ ਹੋਇਆ, ਜਸਵਿੰਦਰ ਸਿੰਘ ਜਗਤਜੀਤ ਕੰਪਨੀ ਦਾ ਡਾਇਰੈਕਟਰ ਸੀ। ਇਹਨਾਂ ਨੇ ਜਸਵਿੰਦਰ ਸਿੰਘ ਤੇ ਕੇਸ ਕਰਤਾ। ਜਸਵਿੰਦਰ ਸਿੰਘ ਇਹਨਾਂ ਦੀ ਕੰਪਨੀ ਦਾ ਵੀ ਡਾਇਰੈਕਟਰ ਸੀ। ਆਪ ਹੀ ਕੇਸ ਕਰਨ ਵਾਲੇ, ਆਪ ਹੀ ਕੇਸ ਲੜਨ ਵਾਲੇ। ਜਗਤਜੀਤ ਵੱਲੋਂ ਜਿਹੜਾ ਜਸਵਿੰਦਰ ਸਿੰਘ ਬੈਂਸ ਸੀਗਾ, ਉਹਨੇ ਕੇਸ ਦੀ ਪੈਰਵੀ ਨਹੀਂ ਕੀਤੀ। ਹੱਕ 'ਚ ਹੋ ਗਿਆ ਜਰਨੈਲ ਸਿੰਘ ਵਾਹਦ ਦੇ, ਕਿਉਂਕਿ ਇਹਨਾਂ ਦੀ ਕੰਪਨੀ ਦਾ ਡਾਇਰੈਕਟਰ ਸੀ। ਆਪ ਹੀ ਯਾਨੀ ਐਗਰੀਮੈਂਟ ਕਰਨ ਵਾਲੇ ਅਤੇ ਆਪ ਹੀ ਕੇਸ ਲੜਨ ਵਾਲੇ ਆ। ਇੱਕ ਪੱਖੀ ਕੇਸ ਹੋ ਗਿਆ ਅਤੇ ਇਹਨਾਂ ਨੇ ਆਪਣਾ ਨਾਮ ਮਾਲਕੀ ਖਾਨੇ 'ਚ ਲੈ ਆਂਦਾ। ਹਾਲਾਂਕਿ ਡਿਪਟੀ ਕਮਿਸ਼ਨਰ ਨੇ ਬਹੁਤ ਸਖਤ ਆਦੇਸ਼ ਦਿੱਤੇ ਸੀ ਕਿ ਜ਼ਮੀਨ ਦੀਆਂ ਰਜਿਸਟਰੀਆਂ ਨਹੀਂ ਹੋਣਗੀਆਂ, ਪਰ ਜਮ੍ਹਾਂਬੰਦੀਆਂ ਦੇ ਵਿੱਚ ਲਾਲ ਪੈਨ ਵੀ ਗਾਇਬ ਸੀਗਾ। ਤਹਿਸੀਲਦਾਰ ਜਿਹੜੇ ਸੀਗੇ, ਇੱਕ ਤਹਿਸੀਲਦਾਰ ਸੀ ਪਵਨ ਕੁਮਾਰ ਜੀ, ਇੱਕ ਤਹਿਸੀਲਦਾਰ ਸੀਗੇ ਨਕੋਦਰ ਅੱਜ ਕੱਲ੍ਹ ਲੱਗੇ ਪ੍ਰਦੀਪ ਕੁਮਾਰ ਛਿੱਬੜ। ਇਹਨਾਂ ਨੇ ਆਪਣੀਆਂ ਜਮ੍ਹਾਂਬੰਦੀਆਂ ਅਗਲੀਆਂ ਪਿਛਲੀਆਂ ਦੇਖੀਆਂ, ਇਹਨਾਂ ਨੇ ਰਜਿਸਟਰੀਆਂ ਠਾ ਮਾਰੀਆਂ। ਉਹ ਤੁਸੀਂ ਮੰਨ ਸਕਦੇ ਹੋ ਕਿੰਨੀ ਜ਼ਮੀਨ ਸੀ? 251 ਕਨਾਲ। 251 ਕਨਾਲ ਦਾ ਮਤਲਬ ਪਤਾ ਕਿੰਨਾ ਹੋਇਆ? 251 ਨੂੰ 20 ਨਾਲ ਗੁਣਾ ਕਰ ਲਓ, ਮਤਲਬ 5000 ਮਰਲਾ ਜ਼ਮੀਨ ਫਗਵਾੜੇ ਮੇਨ ਰੋਡ ਤੇ ਨੈਸ਼ਨਲ ਹਾਈਵੇ ਤੇ ਸ਼ੂਗਰ ਮਿਲ ਵਾਲੇ ਚੌਂਕ 'ਚ 5000 ਮਰਲਾ। ਤੇ 5 ਮਰਲੇ ਜ਼ਮੀਨ ਕਿਸੇ ਨੇ ਲੈਣੀ ਹੋਵੇ ਨਾ, ਧੂਆਂ ਨਿਕਲ ਜਾਂਦਾ, ਉਹਦਾ ਲੱਕ ਟੁੱਟ ਜਾਂਦਾ ਆਦਮੀ, ਗਰੀਬ ਆਦਮੀ ਦਾ। ਹੜਪ ਗਏ। ਕਰਜ਼ਾ ਵੀ ਲੈ ਲਿਆ, ਬੈਂਕ ਨੂੰ ਰਜਿਸਟਰੀ ਵੀ ਕਰਤੀ, ਵੇਚ ਵੀ ਦਿੱਤੀ, ਅਟੋਰਨੀ ਲਿੱਤੀ ਉੱਥੋਂ ਕੇਸ ਕਰਕੇ, ਆਪਣੀ ਵਾਈਫ ਤੇ ਬੱਚਿਆਂ ਦੇ ਨਾਲ ਰਜਿਸਟਰੀਆਂ ਕਰਾਈਆਂ ਤੇ ਜ਼ਮੀਨ ਦੇ ਮਾਲਕੀ ਆ ਗਏ। ਫਿਰ ਉੱਤੋਂ ਸਿਸਟਮ ਦੇਖੋ ਇਹਨਾਂ ਦਾ ਕਿੰਨਾ ਹਾਵੀ ਹੈ ਯਾਰ। ਮੈਂ ਤਾਂ ਦੇਖਦਾ ਬਈ ਇਹ ਸਾਲੀਆਂ ਸੱਤਾ ਕੋਈ ਵੀ ਆਈ ਜਾਵੇ, ਇਹ ਸੱਤਾ ਕੋਈ ਆਈ ਜਾਵੇ, ਕੋਈ ਜਾਈ ਜਾਵੇ, ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇਹਨਾਂ ਨੂੰ ਕਾਂਗਰਸ ਨਾਲ ਵੀ ਇੰਨਾ ਲਿਹਾਜ਼ ਹੈ। 2019 'ਚ ਇਹਦੇ ਖਿਲਾਫ ਕੰਪਲੇਂਟ ਹੋਈ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਸੀ, ਅਤੇ 4 ਸਾਲ ਉਹ ਕੰਪਲੇਂਟ ਦੇ ਉੱਤੇ ਡਿਸੀਜ਼ਨ ਨਹੀਂ ਹੋਇਆ। ਯਾਨੀ ਜੇ ਆਪਾਂ 1 ਸਾਲ ਕੱਢ ਦਈਏ ਤਾਂ 3 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਫਾਈਲ ਦਬਾ ਕੇ ਰੱਖੀ। ਕਿੱਡੇ ਯਾਰ, ਕਿੱਡੇ ਲੋਕ ਤਗੜੇ ਨੇ ਇਹ ਲੋਕ, ਸਿਸਟਮ ਹੀ ਹੈਕ ਕਰ ਲੈਂਦੇ ਪੂਰਾ। ਉਹ ਜਿਹਦੇ 'ਚ ਜਮ੍ਹਾਂਬੰਦੀਆਂ ਚੜ੍ਹਨੀਆਂ ਉਹ ਸਿਸਟਮ ਹੀ ਸਾਰਾ ਉਡਾਤਾ ਚੱਕ ਕੇ। ਕਮਾਲ ਹੈ ਯਾਰ। ਔਰ ਲੋਕ NRI ਲੋਕ ਕਿਉਂ ਨਾ ਪਰੇਸ਼ਾਨ ਹੋਣ, ਕਿਉਂ ਦੁਖੀ ਨਾ ਹੋਣ, ਜਦੋਂ ਇੱਦਾਂ ਦਾ ਸਿਸਟਮ ਇੱਥੇ ਚੱਲਦਾ ਕਿ ਇੱਥੇ ਸਾਰਾ ਕੁਛ ਉਡਾ ਹੀ ਦਿਓ, ਭਾਵੇਂ ਕੰਪਿਊਟਰਾਈਜ਼ ਕਰ ਲਓ, ਭਾਵੇਂ ਆਨਲਾਈਨ ਕਰ ਦਿਓ ਰਿਕਾਰਡ। ਜਦੋਂ ਤੁਹਾਡਾ ASM ਤੋਂ ਲੈ ਕੇ ਤੁਹਾਡਾ ਸਿਸਟਮ ਹੀ ਸਾਰਾ ਖਰੀਦਿਆ ਜਾਊਗਾ ਤਾਂ ਤੁਸੀਂ ਕੀ ਕਰ ਲਓਗੇ? ਸੋ ਇਹ ਵਾਹਦ ਨੇ ਰਾਜੇ ਦੀ ਜ਼ਮੀਨ, ਯਾਨੀ ਆਪ ਰਾਜਾ ਬਣ ਗਿਆ। ਜਗਤਜੀਤ ਸਿੰਘ ਤਾਂ ਚਲੋ ਵਾਹਿਗੁਰੂ ਨੂੰ ਪਿਆਰੇ ਹੋ ਗਏ, ਇਹ ਆਪ ਹੀ ਰਾਜਾ ਬਣ ਗਿਆ, ਆਪਣੀ ਜ਼ਮੀਨ ਦੇ ਮਾਲਕ ਬਣ ਗਏ। ਔਰ ਇਹ ਹਾਲਾਤ ਇਹਨਾਂ ਨੇ ਪੈਦਾ ਕੀਤੇ ਆ, ਅਰਬਾਂ ਖਰਬਾਂ ਰੁਪਈਆ ਜਿਹੜਾ ਇਕੱਠਾ ਕਰ ਗਏ ਨੇ। ਔਰ ਜਿੰਨੀ ਵੀ ਇਹਦੇ ਫਾਇਦੇ ਹੋਏ ਨੇ, ਜਿੰਨੇ ਵੀ ਇਹਦੇ ਫਾਇਦੇ ਹੋਏ ਨੇ, ਉਹ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੇ ਵਿੱਚ ਹੋਏ। ਇਹ ਸਾਰਾ ਕੁਝ ਪਤਾ ਹੈਗਾ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਹੋਇਆ ਔਰ ਕਿਹਦੀ ਸ਼ਹਿ ਤੇ ਹੋਇਆ, ਇਹ ਵੀ ਸਭ ਨੂੰ ਪਤਾ ਆ। ਜੇ ਕਾਰਵਾਈ ਇਹਨਾਂ ਦੇ ਉੱਤੇ ਹੋਈ ਹੈ, ਗੱਲ ਉੱਥੇ ਹੀ ਆ ਜਾਂਦੀ ਹੈ ਕਿ ਗੋਲੇ ਹਲਾਕ ਹੋਈ ਜਾਂਦੇ ਆ, ਸ਼ਹਿ ਤੇ ਮਾਤ ਨਹੀਂ ਹੋ ਰਹੀ। ਹੁਣ ਉੱਥੇ ਤੱਕ ਕਿਉਂ ਨਹੀਂ ਪਹੁੰਚਿਆ ਜਾ ਸਕ ਰਿਹਾ? ਜੇ ਸਭ ਨੂੰ ਪਤਾ ਹੈ ਕਿ ਉਹ ਕਿਸ ਦੀ ਸ਼ਹਿ ਤੇ ਹੋਇਆ, ਕਿ ਉੱਥੇ ਜਾ ਕੇ ਫਿਰ ਕਿਉਂ ਨਹੀਂ ਗ੍ਰਿਫਤਾਰੀਆਂ ਹੁੰਦੀਆਂ? ਗੱਲ ਤਾਂ ਇਹ ਹੈ ਜੀ, ਜੇ ਵਿਜੀਲੈਂਸ ਹੁਣ ਇਹਨੂੰ ਠੋਕੇਗੀ, ਚੰਗੀ ਤਰ੍ਹਾਂ ਗ੍ਰਿਲ ਕਰੇਗੀ, ਤੇ ਜ਼ਰੂਰ ਨਿਕਲੇਗਾ ਕਿ ਮੇਰੇ ਕੋਲ ਪ੍ਰਕਾਸ਼ ਸਿੰਘ ਬਾਦਲ ਹੋਰੀ ਬਾਰ-ਬਾਰ ਕਿਉਂ ਆਉਂਦੇ ਸੀ, ਸੁਖਬੀਰ ਸਿੰਘ ਬਾਦਲ ਨਾਲ ਮੇਰਾ ਕੀ ਪਿਆਰ ਸੀਗਾ, ਕਿਉਂ ਚਰਨਜੀਤ ਸਿੰਘ ਬਰਾੜ ਦੀ ਟਿਕਟ ਕੱਟ ਕੇ ਮੈਨੂੰ ਦਿੱਤੀ। ਇਹ ਸਾਰਾ ਸਿਸਟਮ ਚੱਲਦਾ ਸਿਆਸਤ 'ਚ। ਇਸ ਕਰਕੇ ਮੈਂ ਤਾਂ ਇਹ ਗੱਲ ਨੂੰ ਕਹੂੰਗਾ ਕਿ ਜਿਹਦੇ ਵੀ ਤਾਰ ਜਦੋਂ ਇਕੱਠੇ ਕਰੋਗੇ, ਭਾਵੇਂ ਉਹ ਕਿਸੇ ਦੇ ਇਕੱਠੇ ਕਰ ਲਓ ਤਾਰ ਐਂਡ 'ਚ ਉਹ ਲੰਬੀ ਜਾ ਕੇ ਜੁੜਨੇ ਆ। ਇਸ ਕਰਕੇ ਆਪਾਂ ਜੋ ਮਰਜ਼ੀ ਕਰੀ ਜਾਈਏ, ਇਹ ਹੁਣ ਸਾਰਿਆਂ ਨੂੰ ਇਹ ਵੀ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਲੰਬੀ ਵਾਲਿਆਂ ਨਾਲ ਯਾਰੀ ਰੱਖੀ। ਉਹਨੇ ਲੰਬੀ ਵਾਲਿਆਂ ਦੇ ਕਹਿਣ 'ਤੇ ਕੁਛ ਨਹੀਂ ਕੀਤਾ। ਦੱਸੋ, ਜੇ ਕੋਈ ਰੇਤਾਂ ਦਾ, ਕੋਈ ਬਜਰੀ ਦਾ, ਕੋਈ ਟਰਾਂਸਪੋਰਟ ਦਾ, ਕੋਈ ਸਿੱਧੂ ਚੀਕਾਂ ਮਾਰਦਾ ਥੱਕ ਗਿਆ, ਉਹ ਫਾਸਟਵੇ ਦੇ ਲੁੱਟ ਲਿਆ, ਇੰਨਾ ਕਰ ਲਿਆ, ਕੋਈ ਫਾਸਟਵੇ 'ਤੇ ਕੋਈ ਐਕਸ਼ਨ ਨਹੀਂ, ਕੋਈ ਐਕਸ਼ਨ ਨਹੀਂ। ਬਸ ਸਿਸਵਾ ਫਾਰਮ 'ਚ ਬੈਠੇ ਰਹਿਣਾ, ਸੁਖਬੀਰ ਨੂੰ ਇੰਟੀਮੇਟ ਕਰਦੇ ਰਹਿਣਾ। ਇੱਕ ਵੀ ਇਨਕੁਆਰੀ ਸੁਖਬੀਰ ਬਾਦਲ ਦੇ ਖਿਲਾਫ ਜਾਂ ਜਰਨੈਲ ਸਿੰਘ ਵਾਹਦ ਦੇ ਖਿਲਾਫ, ਇੱਦਾਂ ਦੇ ਬੰਦਿਆਂ ਦੇ ਖਿਲਾਫ ਜਿਨ੍ਹਾਂ ਨੇ ਪੰਜਾਬ ਨਿਚੋੜਿਆ, ਇਹਨਾਂ ਦੇ ਖਿਲਾਫ ਕੀਤੀ ਹੋਵੇ ਤਾਂ ਦੱਸੋ। 5000 ਜ਼ਮੀਨ ਨੂੰ ਅੱਜ 10 ਲੱਖ ਨਾਲ ਤੁਸੀਂ ਕੈਲਕੂਲੇਟ ਕਰ ਲਓ, ਜਿਹੜੀ ਜ਼ਮੀਨ ਆ ਉਹ 5000 ਮਰਲੇ ਨੂੰ, ਅਤੇ ਤੁਸੀਂ ਫਿਗਰਾਂ ਮੈਨੂੰ ਜੀਰੋਆਂ ਹੀ ਭੁੱਲ ਜਾਣੀਆਂ ਤੁਹਾਨੂੰ ਸਾਨੂੰ, ਠੀਕ ਹੈ ਨਾ। 10 ਜੀਰੋਆਂ ਲੱਗ ਜਾਂਦੀਆਂ ਮਗਰ, ਅਤੇ ਤੁਸੀਂ ਮੈਨੂੰ ਇਹ ਦੱਸੋ ਕਿੰਨੇ ਰੁਪਈਏ ਬਣ ਗਏ? ਗਿਣ ਹੀ ਨਹੀਂ ਸਕਦੇ ਆਪਾਂ।
ਇਹਨਾਂ ਨੇ ਹੁਣ ਭਗਵੰਤ ਮਾਨ ਜੀ ਨੇ ਜ਼ਰੂਰ ਇਹ ਕਿਹਾ ਕਿ 1-1 ਰੁਪਈਆ ਕਿਸਾਨਾਂ ਦਾ ਮੋੜਾਂਗੇ ਇਹਨਾਂ ਦੀਆਂ ਜ਼ਮੀਨਾਂ ਨੂੰ ਕੁਰਕ ਕਰਕੇ। ਕਿਸਾਨਾਂ ਨੂੰ ਨੋਟਿਸ ਆਏ ਪਏ ਨੇ, ਰਾਜੇ ਦੀ ਜ਼ਮੀਨ 'ਤੇ ਤੁਸੀਂ ਰਾਜੇ ਬਣ ਗਏ ਹੋ, ਵਾਹਦ ਵਿਲਾ 'ਚ ਤੁਸੀਂ ਬੈਠੇ ਹੋ, ਮੁੰਡਿਆਂ ਤੁਹਾਡਿਆਂ ਕੋਲ ਗੱਡੀਆਂ ਆਲੀਸ਼ਾਨ, ਕਿੰਨੀ ਮਹਿੰਗੀਆਂ ਗੱਡੀਆਂ, ਦੇਖ ਕੇ ਹੈਰਾਨ ਹੋ ਜਾਂਦਾ, ਪਤਾ ਲੱਗਦਾ। ਔਰ ਸਾਡੇ ਪੈਸੇ 'ਤੇ, ਸਰਕਾਰ ਦੇ ਪੈਸੇ 'ਤੇ ਇਹਨਾਂ ਨੇ ਐਸ਼ ਕੀਤੀ ਆ। ਅੱਛਾ ਡਾਕਟਰ ਸਾਹਿਬ, ਇੱਕ ਮੇਰਾ ਆਖਰੀ ਸਵਾਲ ਇਹੀ ਹੈ, ਕਿਉਂਕਿ ਕਨਕਲੂਡ ਕਰਨਾ ਬਹੁਤ ਜ਼ਰੂਰੀ ਹੈ ਇਸ ਮਾਮਲੇ ਨੂੰ। ਇੱਕ ਪਾਸੇ ਤਾਂ ਗ੍ਰਿਫਤਾਰੀ ਹੋ ਗਈ, ਇੱਕ ਪਾਸੇ ਹੁਣ ਕਾਰਵਾਈ ਹੋਵੇਗੀ, ਪਰ ਦੂਜੇ ਪਾਸੇ ਕਿਸਾਨ ਨੇ, ਅਜੇ ਇਹ ਉਹ ਵਿਅਕਤੀ ਹੈ ਜਿਹੜਾ 25% ਸ਼ੇਅਰ ਰੱਖਦਾ ਸੀਗਾ, ਅਜੇ 75% ਜਿਹੜਾ ਸ਼ੇਅਰ ਹੈਗਾ ਅਜੇ ਬਾਕੀ ਹੈ, ਅਜੇ ਉਹ ਭਗੌੜੇ ਨੇ, ਭੱਜੇ ਹੋਏ ਨੇ, ਭਾਵੇਂ ਬਾਹਰ ਨੇ। ਅਜੇ 25% ਫੜ ਕੇ ਵੀ ਕੋਈ ਕਿਸਾਨਾਂ ਨੂੰ ਫਾਇਦਾ ਹੋਵੇਗਾ ਜਾਂ ਨਹੀਂ? ਉਹਨਾਂ ਨੂੰ ਕੋਈ ਫਾਇਦਾ ਪਹੁੰਚ ਸਕੇਗਾ ਜਾਂ ਇਹ ਐਵੇਂ ਹਵਾ 'ਚ ਹੀ ਗੱਲਾਂ ਰਹਿ ਜਾਣੀਆਂ ਨੇ? ਦੇਖੋ, ਸਭ ਤੋਂ ਵੱਡੀ ਗੱਲ ਹੈਗੀ ਹੈ ਕਿ 600 ਕਿਸਾਨਾਂ ਦਾ ਕਰੀਬ 40 ਕਰੋੜ ਰੁਪਈਆ ਨੇ ਹੜਪਿਆ, ਔਰ ਇੰਨੀ ਕੁ ਤਾਂ ਜਾਇਦਾਦ ਇਹਦੀ ਕੁਰਕ ਕਰਕੇ ਇਹਦੇ ਹਿੱਸੇ ਦੀ ਪੈ ਹੀ ਜਾਣੀ ਹੈ। ਬਾਕੀ ਕੋਰਟਾਂ ਕਚਹਿਰੀਆਂ ਵੀ ਹੈਗੀਆਂ, ਆਪ ਵੀ ਲਾਅ ਦੇ ਐਕਸਪਰਟ ਨੇ, ਕਰਨਗੇ ਕੋਸ਼ਿਸ਼ਾਂ ਕਿਸੇ ਤਰੀਕੇ ਬਚ ਜਾਈਏ। ਲੇਕਿਨ ਗੱਲ ਤਾਂ ਇਹ ਹੈਗੀ ਹੈ ਕਿ ਇੱਦਾਂ ਦੇ ਬੰਦਿਆਂ ਨੂੰ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਭਾਵੇਂ ਉਹ ਰੇਤਾਂ 'ਚ ਲੁੱਟਿਆ, ਭਾਵੇਂ ਬਜਰੀ 'ਚ ਲੁੱਟਿਆ, ਭਾਵੇਂ ਕੇਬਲ 'ਚ ਲੁੱਟਿਆ, ਭਾਵੇਂ ਟਰਾਂਸਪੋਰਟ 'ਚ ਲੁੱਟਿਆ, ਛੱਡਣਾ ਨਹੀਂ ਚਾਹੀਦਾ। ਭਗਵੰਤ ਮਾਨ 'ਤੇ ਬਹੁਤ ਆਸਾਂ ਨੇ, ਬਹੁਤ ਆਸਾਂ ਨੇ, ਮੈਂ ਤੁਹਾਨੂੰ ਦੱਸ ਰਿਹਾ। ਕਿਉਂਕਿ ਅਗਰ ਹੁਣ ਨਾਲ ਇਹ ਹਿਸਾਬ ਪੂਰਾ ਹੋਇਆ, ਫਿਰ ਸ਼ਾਇਦ ਪੰਜਾਬੀਆਂ ਦੀ ਆਸ ਟੁੱਟ ਜਾਏਗੀ, ਜਿਹੜੀ ਇੰਨੇ ਸਾਲਾਂ ਦੀ ਆਸਾਂ ਦੇ ਨਾਲ ਭਗਵੰਤ ਮਾਨ ਨੂੰ 92 ਸੀਟਾਂ ਦੇ ਕੇ ਲੋਕਾਂ ਨੇ ਵਿਧਾਨ ਸਭਾ 'ਚ ਪਹੁੰਚਾਇਆ। ਤੇ ਇਹੀ ਆਸ ਦੇ ਉੱਤੇ ਪੂਰੀ ਉਮੀਦ ਕਾਇਮ ਹੈ ਲੋਕਾਂ ਦੀ ਕਿ ਆਖਿਰ ਸੀਐਮ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਜਲਦ ਤੋਂ ਜਲਦ ਕਾਰਵਾਈ ਕਰੇਗੀ ਔਰ ਕਿਸਾਨਾਂ ਨੂੰ ਉਹਨਾਂ ਦਾ ਪੈਸਾ ਜਿਹੜਾ ਮੋੜਿਆ ਜਾਵੇਗਾ, ਕਿਸਾਨਾਂ ਦੇ ਕੋਲੋਂ ਉਹਨਾਂ ਦਾ ਪੈਸਾ ਪਹੁੰਚਾਇਆ ਜਾਵੇਗਾ। ਅਜੇ ਸ਼ੁਰੂਆਤ ਕੀਤੀ ਗਈ ਹੈ। 25% ਵਾਲਾ ਇਨਸਾਨ, ਔਰ ਉਹਦੀ ਵੀ ਜਦੋਂ ਕੁੰਡਲੀ ਫਰੋਲੀ ਗਈ ਤਾਂ ਇਹੋ ਜਿਹਾ ਅਮੀਰ ਸ਼ਾਹਜ਼ਾਦਾ ਨਿਕਲਿਆ ਕਿ ਉਹਦੀ ਜਾਇਦਾਦ ਦੇਖ ਕੇ ਇੱਕ ਵਾਰ ਤਾਂ ਪਸੀਨੇ ਛੁੱਟ ਜਾਣ, ਪਰ ਤਾਂ ਵੀ ਗ੍ਰਿਫਤਾਰੀ ਹੋ ਚੁੱਕੀ ਹੈ। ਸਣੇ ਪਰਿਵਾਰ ਗ੍ਰਿਫਤਾਰ ਕਰ ਲਿਆ ਗਿਆ, ਪਰ ਨਾਲ ਦੀ ਨਾਲ ਹੀ ਇਹ ਵੀ ਦੱਸ ਦਈਏ ਕਿ ਅਜੇ 75% ਫਰਾਰ ਹੈ। 75% ਮਿਲ ਮਾਲਕ ਜਿਹੜੀ ਸ਼ੇਅਰ ਹੋਲਡਰਸ ਨੇ ਉਹ ਫਰਾਰ ਨੇ। ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਕੋਲ ਕੀ ਪਹੁੰਚਦਾ ਹੈ। ਜਿਹੜੇ ਕਿਸਾਨ ਧਰਨੇ ਲਾਉਂਦੇ ਨੇ, ਮੁਜ਼ਾਹਰੇ ਕਰਦੇ ਨੇ, ਉਹਨਾਂ ਦੇ ਕੋਲ ਕਿੰਨਾ ਕੁ ਹਿੱਸਾ ਪਹੁੰਚਦਾ ਹੈ, ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.